ਗੁਲਾਮ। ਅਮਰੀਕਾ ਵਿੱਚ ਗੁਲਾਮਾਂ ਨੂੰ ਪੜ੍ਹਨ ਨਹੀਂ ਸੀ ਦਿੱਤਾ ਜਾਂਦਾ ਕਿਉਂਕਿ ਇਵੇਂ ਉਹਨਾਂ ਦੀ ਸੋਚ ਖਤਰਨਾਕ ਹੋ ਜਾਂਦੀ ਸੀ। ਭਾਰਤ ਵਿੱਚ ਬ੍ਰਾਹਮਣਾਂ ਨੇ ਨੀਵੀਆਂ ਜਾਤਾਂ ਨੂੰ ਇਸੇ ਲਈ ਪੜ੍ਹਨ ਨਹੀਂ ਦਿੱਤਾ ਕਿਉਂਕਿ ਇਵੇਂ ਉਹ ਆਪਣੀ ਭੈੜੀ ਹਾਲਤ ਪ੍ਰਤੀ ਸੁਚੇਤ ਹੋ ਜਾਂਦੇ ਸਨ। ਇੰਗਲੈਂਡ ਵਿੱਚ ਜ਼ਿਮੀਂਦਾਰ ਆਪਣੇ ਮੁਜ਼ਾਰਿਆਂ ਨੂੰ ਪੜ੍ਹਨ ਨਹੀਂ ਸੀ ਦਿੰਦੇ ਕਿਉਂਕਿ ਪੜ੍ਹ ਕੇ ਉਹ ਸ਼ਹਿਰਾਂ ਵਿੱਚ ਕੰਮ ਕਰਨ ਚਲੇ ਜਾਂਦੇ ਸਨ। ਪਛੜੇ ਦੇਸ਼ਾਂ ਵਿੱਚ ਅਤੇ ਮੁਸਲਿਮ ਸਮਾਜਾਂ ਵਿੱਚ ਔਰਤਾਂ ਨੂੰ ਘਰ ਦੀ ਚਾਰਦੀਵਾਰੀ ਤੋਂ ਬਾਹਰ ਨਹੀਂ ਸੀ ਆਉਣ ਦਿੱਤਾ ਜਾਂਦਾ ਕਿਉਂਕਿ ਡਰ ਸੀ ਉਹ ਬਾਹਰਲੀ ਦੁਨੀਆ ਨੂੰ ਵੇਖ ਕੇ ਆਪਣੇ ਬੰਧਨ ਤੋੜਨ ਲੱਗ ਪੈਣਗੀਆਂ। ਧੰਨਵਾਦ। ਸਧਾਰਨ ਚੀਜ਼ਾਂ। ਜਦੋਂ ਵਿਦੇਸ਼ ਜਾਓਗੇ ਤਾਂ ਆਪਣੇ ਦੇਸ਼, ਪ੍ਰਾਂਤ ਅਤੇ ਪਿੰਡ ਦੀਆਂ ਅਤ ਸਧਾਰਨ ਚੀਜ਼ਾਂ ਯਾਦ ਆਉਣਗੀਆਂ, ਜਿਵੇਂ ਸਰਦੀਆਂ ਦੀ ਧੁੱਪ, ਸਰੋਂ ਦਾ ਸਾਗ, ਚਾਟੀ ਦੀ ਲੱਸੀ, ਪਿੰਡ ਦੀਆਂ ਗਲੀਆਂ, ਖੇਤ, ਬਚਪਨ ਦੇ ਦੋਸਤ, ਖੂਹ ਅਤੇ ਮੋਟਾ ਹਲਵਾਈ। ਉੱਥੇ ਤਾਜ ਮਹਿਲ, ਲਾਲ ਕਿਲ੍ਹਾ, ਗੰਗਾ ਜਮਨਾ ਯਾਦ ਨਹੀਂ ਆਉਣਗੀਆਂ। ਯਾਦ ਆਏਗੀ ਦੀਪੋ ਅਤੇ ਪ੍ਰੀਤੋ, ਤਾਰਾ ਅਤੇ ਸ਼ਿੰਗਾਰਾ। ਧੰਨਵਾਦ। ਨਾਵਲ। ਇੰਗਲੈਂਡ ਦੀਆਂ ਲਾਇਬ੍ਰੇਰੀਆਂ ਵਿੱਚ ਨਾਵਲ ਨਹੀਂ ਸੀ ਰੱਖੇ ਜਾਂਦੇ ਕਿਉਂਕਿ ਨਾਵਲਾਂ ਨੂੰ ਨੀਵੀਂ ਪੱਧਰ ਦੀਆਂ ਚਰਿੱਤਰ ਵਿਗਾੜਨ ਵਾਲੀਆਂ ਪੁਸਤਕਾਂ ਕਿਹਾ ਜਾਂਦਾ ਸੀ। ਮਹਿਲਾਵਾਂ ਆਪਣੇ ਨਾਂ ਬਦਲ ਕੇ ਨਾਵਲ ਲਿਖਦੀਆਂ ਸਨ ਅਤੇ ਅਕਸਰ ਪੁਰਸ਼ਾਂ ਦੇ ਨਾਵਾਂ ਅਧੀਨ ਲਿਖਦੀਆਂ ਸਨ। ਜਾਰਜ ਇਲੀਅਟ ਦੇ ਨਾਵਲ ਅਖਲਾਕੀ ਸ਼ਕਤੀ ਕਾਰਨ ਪਹਿਲੀ ਵਾਰ ਲੰਦਨ ਦੀਆਂ ਲਾਇਬ੍ਰੇਰੀਆਂ ਵਿੱਚ ਰੱਖੇ ਗਏ ਅਤੇ ਪ੍ਰਵਾਨ ਹੋਏ। ਕਿੰਨਾ ਹੀ ਚਿਰ ਇਸਤਰੀਆਂ ਅਤੇ ਪੁਰਸ਼ਾਂ ਦੀਆਂ ਲਿਖੀਆਂ ਪੁਸਤਕਾਂ ਇੱਕ ਹੀ ਅਲਮਾਰੀ ਵਿੱਚ ਨਹੀਂ ਸੀ ਰੱਖੀਆਂ ਜਾਂਦੀਆਂ। ਧੰਨਵਾਦ। ਦੂਜਾ ਵਿਆਹ। ਭਾਰਤ ਵਿੱਚ ਜਦੋਂ ਕੋਈ ਜੀਵਨ ਸਾਥੀ ਦੇ ਗੁਜ਼ਰਨ ਉਪਰੰਤ ਦੂਜਾ ਵਿਆਹ ਕਰਵਾਏ ਤਾਂ ਅਜਿਹਾ ਕਰਨ ਨੂੰ ਪਹਿਲੇ ਪਤੀ ਜਾਂ ਪਤਨੀ ਦਾ ਅਪਮਾਨ ਸਮਝਿਆ ਜਾਂਦਾ ਰਿਹਾ ਹੈ। ਪਰ ਯੂਰਪ ਵਾਂਗ ਹੁਣ ਭਾਰਤ ਵਿੱਚ ਵੀ ਇਹ ਸਮਝਿਆ ਜਾਂਦਾ ਹੈ ਕਿ ਇਹ ਪਹਿਲੇ ਵਿਆਹ ਦਾ ਅਪਮਾਨ ਨਹੀਂ ਸਗੋਂ ਸਨਮਾਨ ਹੁੰਦਾ ਹੈ ਕਿਉਂਕਿ ਪਹਿਲੇ ਵਿਆਹ ਦੀ ਤਸੱਲੀ ਹੀ ਦੂਜੇ ਵਿਆਹ ਲਈ ਹਿੰਮਤ ਅਤੇ ਉਤਸ਼ਾਹ ਉਪਜਾਉਂਦੀ ਹੈ। ਵਿਯੋਗੀ ਪਤਨੀ ਜਾਂ ਪਤੀ ਪਹਿਲੇ ਵਿਆਹ ਦੀ ਸਫਲਤਾ ਦੁਹਰਾਉਣੀ ਚਾਹੁੰਦੇ ਹਨ, ਪਹਿਲੇ ਵਿਆਹ ਦੀਆਂ ਗਲਤੀਆਂ ਸੁਧਾਰਨੀਆਂ ਚਾਹੁੰਦੇ ਹਨ, ਚੰਗੇਰੇ ਪਤੀ ਪਤਨੀ ਬਣਨਾ ਚਾਹੁੰਦੇ ਹਨ। ਧੰਨਵਾਦ। ਪ੍ਰੇਮੀ ਪ੍ਰੇਮਿਕਾ। ਪ੍ਰੇਮੀ ਪ੍ਰੇਮਿਕਾ ਨੂੰ 5 ਸਾਲ ਇਹ ਜਾਣਨ 'ਚ ਲੱਗ ਜਾਂਦੇ ਹਨ ਕਿ ਅਸੀਂ ਇੱਕ ਦੂਜੇ ਬਿਨਾਂ ਨਹੀਂ ਰਹਿ ਸਕਦੇ ਅਤੇ ਅਜਿਹੇ ਅਨੁਭਵ ਕਾਰਨ ਉਹ ਵਿਆਹ ਕਰਵਾ ਲੈਂਦੇ ਹਨ। ਪਰ ਵਿਆਹ ਤੋਂ ਇੱਕ ਮਹੀਨੇ ਮਗਰੋਂ ਹੀ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹ ਇੱਕ ਦੂਜੇ ਨਾਲ ਨਹੀਂ ਰਹਿ ਸਕਦੇ। ਧੰਨਵਾਦ। ਪ੍ਰਸਿੱਧ ਨਾਵਲਕਾਰਾ। ਅੰਗਰੇਜ਼ੀ ਦੀ ਪ੍ਰਸਿੱਧ ਨਾਵਲਕਾਰਾ ਜਾਰਜ ਇਲੀਅਟ ਮਰੀ ਦੂਜੇ ਪਤੀ ਦੀ ਗੋਦ ਵਿੱਚ ਸੀ, ਪਰ ਉਹਦੀ ਇੱਛਾ ਨੂੰ ਪੂਰਾ ਕਰਦਿਆਂ ਉਹ ਦਫਨਾਈ ਪਹਿਲੇ ਪਤੀ ਦੇ ਨੇੜੇ ਗਈ ਸੀ। ਪਹਿਲੇ ਪਤੀ ਨਾਲ ਉਹ 27 ਸਾਲ ਰਹੀ ਪਰ ਉਹਨਾਂ ਨੇ ਵਿਆਹ ਨਹੀਂ ਸੀ ਕਰਵਾਇਆ। ਧੰਨਵਾਦ। ਵਾਇਲਨਿਸਟ। ਵਾਇਲਨ ਵਜਾਉਣ ਦੇ ਸ਼ੌਕੀਨ ਪੁੱਤਰ ਨੂੰ ਉਹਦੇ ਡਾਕਟਰ ਪਿਤਾ ਨੇ ਇਸ ਸ਼ਰਤ 'ਤੇ ਯੂਨੀਵਰਸਿਟੀ ਪੜ੍ਹਨ ਲਈ ਭੇਜਿਆ ਕਿ ਉਹ ਉੱਥੇ ਵਕੀਲ ਬਣਨ ਦੀ ਸਿਖਲਾਈ ਪ੍ਰਾਪਤ ਕਰੇ ਅਤੇ ਵਾਇਲਨ ਤੋਂ ਦੂਰ ਰਹੇ। ਪੁੱਤਰ ਦਾਖਲ ਤਾਂ ਹੋ ਗਿਆ ਪਰ ਸਾਰਾ ਸਮਾਂ ਵਾਇਲਨ ਸਿੱਖਣ ਅਤੇ ਵਜਾਉਣ 'ਚ ਲਾਉਣ ਲੱਗਾ। ਉਸਤਾਦ ਉਹਨੂੰ ਠੀਕ ਢੰਗ ਨਾਲ ਤਿਆਰ ਨਾ ਕਰ ਸਕਿਆ, ਜਿਸ ਕਾਰਨ ਪਹਿਲੀ ਪੇਸ਼ਕਾਰੀ ਵਿੱਚ ਭਰਪੂਰ ਆਲੋਚਨਾ ਹੋਈ। ਪਰ ਆਲੋਚਕ ਨੇ ਕਿਹਾ ਕਿ ਇਹ ਅਣਤਰਾਸ਼ਿਆ ਹੀਰਾ ਹੈ। ਉਸਦੇ 2 ਪ੍ਰਤੀਕਰਮ ਹੋ ਸਕਦੇ ਸਨ, ਆਲੋਚਕਾਂ ਨੂੰ ਭੰਡਦਾ ਜਾਂ ਸਬਕ ਸਿੱਖਦਾ। ਉਹ ਅਖਬਾਰ ਦੇ ਦਫ਼ਤਰ ਗਿਆ, ਆਲੋਚਕ ਨੂੰ ਮਿਲਿਆ। ਉਹ ਸ਼ਾਮ ਉਹਦੇ 70 ਸਾਲਾ ਆਲੋਚਕ ਨਾਲ ਗੁਜ਼ਾਰੀ, ਆਪਣੇ ਨੁਕਸਾਂ ਅਤੇ ਘਾਟਾਂ ਬਾਰੇ ਜਾਣਿਆ ਅਤੇ ਉਹਨਾਂ ਨੂੰ ਸੁਧਾਰਨ ਸੰਬੰਧੀ ਸਲਾਹ ਮੰਗੀ। ਆਲੋਚਕ ਨੇ ਕਿਹਾ, ਇੱਕ ਭਰਪੂਰ ਯਤਨ ਹੋਰ ਕਰੋ। ਉਹਨੇ ਬਾਕੀ ਪੇਸ਼ਕਾਰੀਆਂ ਮਨਸੂਖ ਕਰ ਦਿੱਤੀਆਂ। ਦਿਨ ਰਾਤ 6 ਮਹੀਨੇ ਚੰਗੇ ਉਸਤਾਦਾਂ ਕੋਲੋਂ ਸਿਖਲਾਈ ਲਈ ਅਤੇ 26 ਸਾਲ ਦੀ ਉਮਰ ਵਿੱਚ ਉਹ ਯੂਰਪ ਦਾ ਹਰਮਨ ਪਿਆਰਾ ਵਾਇਲਨਿਸਟ ਬਣ ਗਿਆ ਅਤੇ ਆਪਣੇ ਪਿਤਾ ਦਾ ਨਾਂ ਰੌਸ਼ਨ ਕੀਤਾ। ਉਸ ਨੂੰ ਸਫਲਤਾ ਇਸ ਕਰਕੇ ਮਿਲੀ ਕਿਉਂਕਿ ਉਹਨੇ ਆਪਣੀਆਂ ਘਾਟਾਂ ਸਵੀਕਾਰ ਕੀਤੀਆਂ ਅਤੇ ਉਹਨਾਂ ਨੂੰ ਮਿਹਨਤ ਨਾਲ ਦੂਰ ਕੀਤਾ। ਧੰਨਵਾਦ। ਕੰਮ। ਅਮਰੀਕਾ ਵਿੱਚ ਕਾਰਾਂ ਬਣਾਉਣ ਵਾਲੀ ਫੋਰਡ ਕੰਪਨੀ ਦੇ ਮਾਲਕ ਨੂੰ ਇੱਕ ਸੁਪਰਵਾਈਜ਼ਰ ਨੇ ਕਿਹਾ ਕਿ ਇੱਥੇ ਸਾਰੇ ਸਿਰ ਸੁੱਟ ਕੇ ਕੰਮ ਕਰ ਰਹੇ ਹਨ
ਸਿਵਾਏ ਉਸ ਸਾਹਮਣੇ ਬੈਠੇ ਬੰਦੇ ਦੇ। ਉਹ ਕੁਰਸੀ 'ਤੇ ਬੈਠਾ ਸਟੂਲ 'ਤੇ ਲੱਤਾਂ ਰੱਖ ਕੇ ਬੈਠਾ ਰਹਿੰਦਾ ਹੈ। ਉਹ ਮੁਫਤ ਦੀ ਤਨਖਾਹ ਲੈ ਰਿਹਾ ਹੈ। ਕੰਪਨੀ ਦੇ ਮਾਲਕ ਨੇ ਕਿਹਾ ਉਹ ਵੀ ਕੰਮ ਕਰਦਾ ਹੈ। ਉਹਦਾ ਕੰਮ ਹੋਰਾਂ ਦੇ ਕੰਮ ਕਰਨ ਦੇ ਤੌਰ ਤਰੀਕਿਆਂ ਨੂੰ ਵੇਖ ਕੇ ਕਾਰਗੁਜ਼ਾਰੀ ਸੁਧਾਰਨ ਦੇ ਢੰਗ ਤਰੀਕੇ ਸੋਚਣਾ ਹੈ। ਪਿਛਲੀ ਵਾਰ ਜਦੋਂ ਉਹਨੇ ਕੰਮ ਕਰਨ ਦਾ ਨਵਾਂ ਢੰਗ ਦੱਸਿਆ ਸੀ ਤਾਂ ਅਮਰੀਕਾ ਵਿੱਚ ਸਾਡੀਆਂ ਕਾਰਾਂ ਤੀਜੇ ਤੋਂ ਦੂਜੇ ਨੰਬਰ 'ਤੇ ਆ ਗਈਆਂ ਸਨ। ਉਸ ਦਾ ਕੰਮ ਸੋਚਣਾ ਹੈ। ਧੰਨਵਾਦ। ਗੁੰਝਲ। ਜੋੜੇ ਦੀ ਆਪਸ ਵਿੱਚ ਅਣਬਣ ਸੀ। ਸਾਂਝੇ ਮਿੱਤਰ ਦੇ ਕਹਿਣ 'ਤੇ ਉਹ ਇੱਕ ਸਲਾਹਕਾਰ ਕੋਲ ਗਈ। ਜਾ ਕੇ ਉਹ ਦੋਵੇਂ ਇੱਕੋ ਵੇਲੇ ਇੱਕ ਦੂਜੇ ਤੋਂ ਉੱਚਾ ਬੋਲਣ ਲੱਗ ਪਏ। ਜਦੋਂ ਥੱਕ ਕੇ ਚੁੱਪ ਹੋਏ ਤਾਂ ਸਲਾਹਕਾਰ ਨੇ ਕਿਹਾ, ਤੁਸੀਂ ਦੱਸ ਦਿੱਤਾ ਹੈ ਕਿ ਤੁਹਾਨੂੰ ਇੱਕ ਦੂਜੇ ਵਿੱਚ ਕੀ ਚੰਗਾ ਨਹੀਂ ਲੱਗਦਾ। ਹੁਣ ਤੁਹਾਨੂੰ ਇੱਕ ਦੂਜੇ ਵਿੱਚ ਜੋ ਚੰਗਾ ਲੱਗਦਾ ਹੈ ਉਹ ਦੱਸੋ। ਦੋਵੇਂ ਚੁੱਪ ਹੋ ਗਏ, ਚੁੱਪ ਰਹੇ। ਉਹਨਾਂ ਦੀ ਚੁੱਪ ਨੂੰ ਜਾਣ ਕੇ ਸਲਾਹਕਾਰ ਨੇ ਕਿਹਾ, ਕਾਗਜ਼ ਕਲਮ ਦੇ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਬੈਠ ਜਾਓ ਤੇ ਇੱਕ ਦੂਜੇ ਬਾਰੇ ਜੋ ਚੰਗਾ ਲੱਗਦਾ ਹੈ ਉਹ ਲਿਖੋ। ਪਹਿਲਾਂ ਦੋਵੇਂ ਕੋਰੇ ਕਾਗਜ਼ ਵੱਲ ਵੇਖਦੇ ਰਹੇ। ਕੁਝ ਚਿਰ ਮਗਰੋਂ ਪਤੀ ਲਿਖਣ ਲੱਗ ਪਿਆ, ਫਿਰ ਪਤਨੀ ਵੀ ਲਿਖਣ ਲੱਗ ਪਈ। ਦੋਹਾਂ ਨੇ ਲਿਖ ਕੇ ਕਾਗਜ਼ ਭਰ ਦਿੱਤਾ। ਸਲਾਹਕਾਰ ਨੇ ਪਤੀ ਦਾ ਕਾਗਜ਼ ਪਤਨੀ ਨੂੰ ਤੇ ਪਤਨੀ ਦਾ ਕਾਗਜ਼ ਪਤੀ ਨੂੰ ਸੰਭਾਲਦਿਆਂ ਪੜ੍ਹਨ ਲਈ ਕਿਹਾ। ਪੜ੍ਹਦਿਆਂ ਪਤਨੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਪਤੀ ਨੇ ਪਤਨੀ ਬਾਰੇ ਚੰਗੀਆਂ ਗੱਲਾਂ ਪ੍ਰਸ਼ੰਸਾਮਈ ਸ਼ਬਦਾਂ 'ਚ ਲਿਖੀਆਂ ਸਨ। ਪਤਨੀ ਨੇ ਭਾਵੇਂ ਪ੍ਰਸ਼ੰਸਾ ਨਹੀਂ ਸੀ ਕੀਤੀ, ਪਰ ਪਤੀ ਦੀਆਂ ਚੰਗੀਆਂ ਆਦਤਾਂ ਦਰਜ ਕੀਤੀਆਂ ਸਨ। ਪਤੀ ਦੀ ਪ੍ਰਸ਼ੰਸਾ ਨੇ ਪਤਨੀ ਦੇ ਸਾਰੇ ਗਿਲੇ ਸ਼ਿਕਵੇ ਹੂੰਝ ਦਿੱਤੇ ਸਨ। ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਚਲੇ ਗਏ। ਸਲਾਹਕਾਰ ਨੇ ਰਿਸ਼ਤਿਆਂ ਦੀ ਗੁੰਝਲ ਨੂੰ ਬੜੇ ਸਰਲ ਢੰਗ ਨਾਲ ਹੱਲ ਕਰ ਦਿੱਤਾ ਸੀ। ਦੋਸਤੀ। ਹੁਣ ਸ਼ਹਿਰ ਕੁਝ ਇਸ ਪ੍ਰਕਾਰ ਦੇ ਹੋ ਗਏ ਹਨ ਕਿ ਪੰਛੀਆਂ ਨੂੰ ਪੀਣ ਲਈ ਕਿਧਰੇ ਪਾਣੀ ਨਹੀਂ ਮਿਲਦਾ। ਸੋ ਪੰਛੀਆਂ ਲਈ ਇੱਕ ਚੌੜੇ ਮੂੰਹ ਵਾਲਾ ਕਟੋਰਾ ਪਾਣੀ ਦਾ ਭਰ ਕੇ ਆਪਣੇ ਘਰ ਵਿੱਚ ਬਾਹਰ ਖੁੱਲ੍ਹੀ ਥਾਂ ਰੱਖੋ। ਪੰਛੀ ਆਉਣ ਲੱਗ ਪੈਣਗੇ। ਰੋਜ਼ ਪਾਣੀ ਬਦਲੋ। ਇਸ ਨੂੰ ਆਪਣਾ ਨਿਤਨੇਮ ਬਣਾਓ। ਤੁਹਾਡੀ ਸੋਚ ਚੜ੍ਹਦੀ ਕਲਾ ਵਾਲੀ ਹੋ ਜਾਏਗੀ। ਜੇ ਪਾਣੀ ਰੱਖਦੇ ਰਹੋਗੇ ਤਾਂ ਪੰਛੀ ਆਪ ਹੀ ਨਹੀਂ ਆਉਣਗੇ, ਹੋਰਾਂ ਨੂੰ ਵੀ ਨਾਲ ਲਿਆਉਣਗੇ ਅਤੇ ਤੁਹਾਡਾ ਘਰ ਉਹਨਾਂ ਦਾ ਤੀਰਥ ਸਥਾਨ ਬਣ ਜਾਏਗਾ। ਪੰਛੀਆਂ ਦੀ ਦੋਸਤੀ ਤੁਹਾਨੂੰ ਪ੍ਰਸੰਨ ਰੱਖੇਗੀ। ਜਦੋਂ ਪੰਛੀ ਜਾਣ ਜਾਂਦੇ ਹਨ ਕਿ ਇਹ ਇਨਸਾਨ ਸਾਡਾ ਸ਼ੁਭ ਚਿੰਤਕ ਹੈ ਤਾਂ ਉਸ ਦੇ ਨੇੜੇ ਹੋ ਜਾਂਦੇ ਹਨ ਅਤੇ ਉਸ ਦੀ ਇੱਕ ਕੱਲ ਨੂੰ ਭਰ ਦਿੰਦੇ ਹਨ। ਧੰਨਵਾਦ। ਮੁਨਸ਼ੀ ਪ੍ਰੇਮ ਚੰਦ। ਲੇਖਕਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਰੂਸੀ ਕਵੀ ਓਸਿਪ ਮੈਂਡਲਸਟਾਰ ਨੇ ਆਪਣੀ ਕਵਿਤਾ ਵਿੱਚ ਆਪਣੇ ਕਵੀ ਸਾਥੀਆਂ ਦਾ ਕਤਲ ਕਰਵਾ ਦੇਣ ਵਾਲੇ ਸਟਾਲਨ ਦੀ ਨਿੰਦਾ ਕੀਤੀ ਸੀ। ਇਹ ਕਵਿਤਾ ਅਜੇ ਛਪੀ ਨਹੀਂ ਸੀ, ਪਰ ਸਟਾਲਨ ਦੇ ਜਸੂਸਾਂ ਨੂੰ ਪਤਾ ਲੱਗ ਗਿਆ ਸੀ। ਅਖਬਾਰਾਂ ਨੂੰ ਛਾਪਣ ਤੋਂ ਮਨ੍ਹਾ ਕਰ ਦਿੱਤਾ ਗਿਆ ਸੀ। ਪਤਾ ਹੀ ਨਾ ਲੱਗਿਆ ਕਵੀ ਕਿੱਥੇ ਗਿਆ। ਬੰਗਾਲੀ ਨਾਵਲਕਾਰ ਸ਼ਰਤ ਚੰਦਰ ਦਾ ਚਰਿੱਤਰਹੀਣ ਨਾਵਲ 1917 ਵਿੱਚ ਛਪਿਆ। ਲੇਖਕ ਦਾ ਮਹੱਲੇ 'ਚ ਰਹਿਣਾ ਮੁਸ਼ਕਿਲ ਹੋ ਗਿਆ। ਇਸ ਪੁਸਤਕ ਨੂੰ ਹੱਥ ਲਾਉਣਾ ਵਰਜਿਤ ਸੀ, ਗੱਲ ਕਰਨੀ ਮਨ੍ਹਾ ਸੀ। ਅੱਜ ਇਹ ਪੁਸਤਕ ਬੰਗਾਲੀ ਹੀ ਨਹੀਂ, ਸਾਰੇ ਭਾਰਤੀ ਸਾਹਿਤ ਦੀ ਮਾਣਯੋਗ ਪ੍ਰਾਪਤੀ ਮੰਨੀ ਜਾਂਦੀ ਹੈ। ਸੋਜ਼ੇ ਵਤਨ ਨਾਂ ਦੀ ਕਿਤਾਬ ਮੁਨਸ਼ੀ ਪ੍ਰੇਮ ਚੰਦ ਨੇ ਨਵਾਬ ਰਾਏ ਦੇ ਕਲਮੀ ਨਾਂ ਥੱਲੇ ਛਪਵਾਈ। ਖੁਫੀਆ ਵਿਭਾਗ ਨੇ ਰਿਪੋਰਟ ਭੇਜੀ। ਮੁਨਸ਼ੀ ਜੀ ਨੂੰ ਉਹਦੇ ਅਫਸਰ ਨੇ ਬੁਲਾਇਆ ਅਤੇ ਕਿਹਾ, ਇਹ ਅੰਗਰੇਜ਼ੀ ਸਰਕਾਰ ਹੈ। ਜੇ ਮੁਗਲਾਂ ਦੀ ਹਕੂਮਤ ਹੁੰਦੀ ਤਾਂ ਤੇਰੇ ਦੋਵੇਂ ਹੱਥ ਕੱਟ ਦਿੱਤੇ ਜਾਣੇ ਸੀ। ਸਾਰੀਆਂ ਕਿਤਾਬਾਂ ਸਰਕਾਰ ਦੇ ਹਵਾਲੇ ਕਰ ਦਿੱਤੀਆਂ ਜਾਣ। ਪ੍ਰੇਮ ਚੰਦ ਨੇ ਆਪਣੀਆਂ ਕਿਤਾਬਾਂ ਨਵਾਬ ਰਾਏ ਦੇ ਨਾਂ ਅਧੀਨ ਛਪਾਉਣੀਆਂ ਬੰਦ ਕੀਤੀਆਂ। ਇਉਂ ਭਾਰਤ ਦੇ ਹਿੰਦੀ ਸਾਹਿਤ ਵਿੱਚ ਮੁਨਸ਼ੀ ਪ੍ਰੇਮ ਚੰਦ ਦਾ ਜਨਮ ਹੋਇਆ। ਧੰਨਵਾਦ। ਮੁੱਕੇਬਾਜ਼। ਬਹੁਤੇ ਮੁੱਕੇਬਾਜ਼ ਵਿਰੋਧੀ ਦੇ ਮੁੱਕਿਆਂ ਦਾ ਵਿਸ਼ਲੇਸ਼ਣ ਕਰਦੇ ਹਨ, ਜਦੋਂ ਕਿ ਵੱਡੇ ਅਤੇ ਮਾਹਿਰ ਮੁੱਕੇਬਾਜ਼ ਵਿਰੋਧੀ ਦੀਆਂ ਲੱਤਾਂ ਦਾ ਵਿਸ਼ਲੇਸ਼ਣ ਕਰਦੇ ਹਨ, ਕਿਉਂਕਿ ਜਦੋਂ ਲੱਤਾਂ ਲੜਖੜਾ ਜਾਂਦੀਆਂ ਹਨ ਤਾਂ ਸੰਤੁਲਨ ਨਾ ਰਹਿਣ ਕਾਰਨ ਮੁੱਕੇ ਨਕਾਰਾ ਹੋ ਜਾਂਦੇ ਹਨ।
ਮੁਹੰਮਦ ਅਲੀ ਤੇ ਫਰੇਜ਼ੀਅਰ ਵਰਗੇ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਵਿਰੋਧੀ ਦਾ ਸਵੈ ਵਿਸ਼ਵਾਸ ਤੋੜਦੇ ਸਨ। ਜਦੋਂ ਵਿਰੋਧੀ ਦਾ ਮਨ ਕਾਬੂ 'ਚ ਆ ਜਾਏ ਤਾਂ ਉਸਦਾ ਸਰੀਰ ਵੀ ਕਾਬੂ 'ਚ ਆ ਜਾਂਦਾ ਹੈ। ਇਵੇਂ ਹੀ ਜੋੜ ਕਿਸੇ ਵੀ ਢਾਂਚੇ ਦੀ ਸਭ ਤੋਂ ਕਮਜ਼ੋਰ ਥਾਂ ਹੁੰਦੀ ਹੈ। ਢਾਂਚੇ ਨੂੰ ਤੋੜਨ ਲਈ ਉਹਦਾ ਜੋੜ ਤੋੜਿਆ ਜਾਂਦਾ ਹੈ, ਜਿਸ ਨਾਲ ਉਸਦੀ ਗੁਰੂਤਾ ਦਾ ਕੇਂਦਰ ਡੋਲ ਜਾਂਦਾ ਹੈ ਤੇ ਸਾਰਾ ਢਾਂਚਾ ਡਗਮਗਾ ਜਾਂਦਾ ਹੈ। ਧੰਨਵਾਦ। ਵਿਉਂਤਬੰਦੀ। ਆਮੋ ਸਾਹਮਣੇ ਦੇ ਯੁੱਧ ਵਿੱਚ ਤੱਤੇ ਖੂਨ ਵਾਲੇ ਅੱਗੇ ਹੁੰਦੇ ਹਨ, ਰੜੇ ਹੋਏ ਬੰਦੇ ਪਿੱਛੇ ਹੁੰਦੇ ਹਨ, ਬਾਕੀ ਵਿਚਕਾਰ ਹੁੰਦੇ ਹਨ। ਇਵੇਂ ਅਗਲੇ ਵਧੇਰੇ ਹੌਸਲੇ ਵਾਲੇ ਹੋਣ ਕਰਕੇ ਵਿਚਕਾਰਲੇ ਡਰਪੋਕਾਂ ਨੂੰ ਬਚਾਉਂਦੇ ਹਨ ਤੇ ਰੜੇ ਹੋਏ ਪਿੱਛੋਂ ਤੇ ਪਾਸਿਆਂ ਤੋਂ ਹਮਲਿਆਂ ਨੂੰ ਰੋਕਦੇ ਹਨ। ਇਸ ਨੂੰ ਵਿਉਂਤਬੰਦੀ ਕਹਿੰਦੇ ਹਨ। ਜਿੱਤ ਵਿਉਂਤਬੰਦੀ ਨਾਲ ਹੁੰਦੀ ਹੈ। ਧੰਨਵਾਦ। ਰਾਜਨੀਤੀ। ਚੀਨ ਦੇ ਮਾਓ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਉਹਦਾ ਰੱਖਿਆ ਮੰਤਰੀ ਲਿਨ ਸੀ। ਮਾਓ ਜਾਣ ਗਿਆ ਸੀ ਕਿ ਲਿਨ ਅੰਦਰ ਖਾਤੇ ਉਹਦਾ ਉੱਤਰਾਧਿਕਾਰੀ ਬਣਨਾ ਚਾਹੁੰਦਾ ਸੀ। ਲਿਨ ਨੇ ਫੌਜ ਵਿੱਚ ਵੀ ਸਮਰਥਕ ਪੈਦਾ ਕਰ ਲਏ ਸਨ। ਮਾਓ ਨੂੰ ਤਖਤਾ ਉਲਟਾਏ ਜਾਣ ਦਾ ਸ਼ੱਕ ਸੀ। ਮਾਓ ਨੇ ਲਿਨ ਨਾਲ ਨਜਿੱਠਣ ਲਈ ਜਟਿਲ ਜੁਗਤ ਵਰਤੀ। ਜਨਤਕ ਤੌਰ 'ਤੇ ਮਾਓ ਲਿਨ ਦੀ ਪ੍ਰਸ਼ੰਸਾ ਕਰਦਾ ਸੀ, ਜਿਵੇਂ ਉਹ ਹੀ ਉਹਦਾ ਉੱਤਰਾਧਿਕਾਰੀ ਹੋਵੇ। ਇਸ ਨਾਲ ਲਿਨ ਅਵੇਸਲਾ ਹੋ ਗਿਆ। ਮਾਓ ਨੇ ਲਿਨ ਨੂੰ ਕਿਹਾ ਕਿ ਫੌਜ ਦੇ ਆਧੁਨਿਕੀਕਰਨ ਦੀ ਵਿਉਂਤ ਤਿਆਰ ਕਰੋ। ਮਾਓ ਜਾਣਦਾ ਸੀ ਕਿ ਲਿਨ ਦੇ ਤਿੱਖੇ ਸੁਧਾਰਾਂ ਦਾ ਵਿਰੋਧ ਹੋਏਗਾ। ਸੁਧਾਰਾਂ ਨਾਲ ਲਿਨ ਦੀ ਸ਼ਕਤੀ ਦਾ ਕੇਂਦਰ ਹਿੱਲ ਗਿਆ। ਅਜਿਹੀ ਹਾਲਤ ਵਿੱਚ ਹਰੇਕ ਮਹੱਤਵਪੂਰਨ ਵਿਅਕਤੀ ਕੋਈ ਨਾ ਕੋਈ ਜਲਦਬਾਜ਼ੀ ਕਰਦਾ ਹੈ। ਲਿਨ ਨੇ ਆਪਣੇ ਸਮਰਥਕ ਜਰਨੈਲਾਂ ਨਾਲ ਬਗਾਵਤ ਕਰਨ ਦਾ ਯਤਨ ਕੀਤਾ। ਅਜਿਹੀ ਸਥਿਤੀ ਲਈ ਮਾਓ ਨੇ ਤਿਆਰੀ ਕੀਤੀ ਹੋਈ ਸੀ। ਲਿਨ ਨੂੰ ਇੱਕ ਹਵਾਈ ਹਾਦਸੇ ਵਿੱਚ ਮਰਵਾ ਦਿੱਤਾ ਗਿਆ ਤੇ ਮਰਨ ਉਪਰੰਤ ਮਾਓ ਨੇ ਲਿਨ ਦੀ ਭਰਪੂਰ ਪ੍ਰਸ਼ੰਸਾ ਕੀਤੀ। ਧੰਨਵਾਦ। ਬਗਾਵਤ। ਜੇ ਕਿਸੇ ਦੇਸ਼ ਵਿੱਚ ਭ੍ਰਿਸ਼ਟਾਚਾਰ ਨਾ ਹੋਵੇ, ਉੱਥੇ ਬਗਾਵਤ ਨਹੀਂ ਉਪਜਦੀ। ਬਾਗੀਆਂ ਕੋਲ ਭ੍ਰਿਸ਼ਟਾਚਾਰ ਦਾ ਮੁੱਦਾ ਹੁੰਦਾ ਹੈ, ਜਿਸ ਕਾਰਨ ਉਹ ਲੋਕਾਂ ਦਾ ਸਮਰਥਨ ਪ੍ਰਾਪਤ ਕਰਦੇ ਹਨ। ਜੇ ਭ੍ਰਿਸ਼ਟਾਚਾਰ ਮੁਕਾ ਦਿੱਤਾ ਜਾਏ ਤਾਂ ਕੋਈ ਮੁੱਦਾ ਨਾ ਹੋਣ ਕਰਕੇ ਵਿਰੋਧ ਵੀ ਨਹੀਂ ਉਪਜਦਾ। ਸੰਸਾਰ ਦੇ ਕਈ ਦੇਸ਼ਾਂ ਜਿਵੇਂ ਨਿਊਜ਼ੀਲੈਂਡ, ਸਵੀਡਨ, ਡੈਨਮਾਰਕ, ਸਵਿਟਜ਼ਰਲੈਂਡ ਆਦਿ ਵਿੱਚ ਭ੍ਰਿਸ਼ਟਾਚਾਰ ਨਹੀਂ ਹੈ, ਜਿਸ ਕਾਰਨ ਸਮਾਚਾਰ ਪੱਤਰਾਂ ਵਿੱਚ ਇਹਨਾਂ ਦੀ ਕੋਈ ਖਬਰ ਵੀ ਨਹੀਂ ਹੁੰਦੀ। ਇਹਨਾਂ ਦੇਸ਼ਾਂ ਦੇ ਅਖਬਾਰਾਂ ਵਿੱਚ ਇਹੀ ਛਪਦਾ ਹੈ ਕਿ ਨਾਚ ਕਿੱਥੇ ਹੋਇਆ ਸੀ, ਮੈਚ ਕਿੱਥੇ ਹੋਏਗਾ, ਸੰਗੀਤ ਦਾ ਪ੍ਰੋਗਰਾਮ ਕਿੱਥੇ ਹੋਣਾ ਹੈ। ਧੰਨਵਾਦ। ਜੂਲੀਅਸ ਸੀਜ਼ਰ। ਇੱਕ ਵਾਰੀ ਡਾਕੂਆਂ ਨੇ ਸਧਾਰਨ ਕੱਪੜਿਆਂ ਵਿੱਚ ਬਾਦਸ਼ਾਹ ਜੂਲੀਅਸ ਸੀਜ਼ਰ ਤੇ ਉਹਦੇ ਸਾਥੀਆਂ ਨੂੰ ਫੜ ਲਿਆ। ਡਾਕੂਆਂ ਨੇ ਕਿਹਾ 20 ਮੋਹਰਾਂ ਦਿਓ। ਸੀਜ਼ਰ ਨੇ ਕਿਹਾ ਉਹਦੀ ਕੀਮਤ 20 ਮੋਹਰਾਂ ਤੋਂ ਬੜੀ ਘੱਟ ਹੈ, ਉਹਦੀ ਕੀਮਤ 50 ਮੋਹਰਾਂ ਤਾਂ ਹੋਣੀ ਹੀ ਚਾਹੀਦੀ ਹੈ। ਅਤੇ ਸੀਜ਼ਰ ਨੇ ਆਪਣਾ ਇੱਕ ਸਾਥੀ 50 ਮੋਹਰਾਂ ਦੇ ਪ੍ਰਬੰਧ ਕਰਨ ਲਈ ਭੇਜ ਦਿੱਤਾ ਤੇ ਉਹ ਆਪ ਡਾਕੂਆਂ ਕੋਲ ਹੀ ਰਿਹਾ। ਉਹਨਾਂ ਨਾਲ ਖੇਡਿਆ, ਨੱਚਿਆ ਤੇ ਮਖੌਲ ਨਾਲ ਕਿਹਾ ਕਿ ਉਹਨਾਂ ਨੂੰ ਇੱਕ ਦਿਨ ਫਾਂਸੀ ਲਾਏਗਾ। ਡਾਕੂ ਉਹਦੀ ਬੇਪਰਵਾਹੀ, ਬਹਾਦਰੀ ਤੇ ਖੁਸ਼ ਰਹਿਣੇ ਸੁਭਾਅ ਤੋਂ ਪ੍ਰਭਾਵਿਤ ਹੋਏ ਤੇ ਡਾਕੂਆਂ ਨੇ ਸੀਜ਼ਰ ਨੂੰ ਆਪਣਾ ਮੁਖੀ ਬਣਾ ਲਿਆ। ਮੋਹਰਾਂ ਮਿਲਣ ਤੇ ਡਾਕੂਆਂ ਨੇ ਸੀਜ਼ਰ ਨੂੰ ਛੱਡ ਦਿੱਤਾ। ਰਿਹਾ ਹੋ ਕੇ ਸੀਜ਼ਰ ਨੇੜੇ ਦੀ ਛਾਉਣੀ 'ਚ ਗਿਆ ਤੇ ਫੌਜੀ ਮਦਦ ਨਾਲ ਡਾਕੂ ਫੜ ਲਏ ਤੇ ਉਹਨਾਂ ਨੂੰ ਫਾਂਸੀ ਲਾਇਆ। ਸੀਜ਼ਰ ਨੇ ਬੜੀ ਸਿਆਣਪ ਨਾਲ ਵਿਉਂਤ ਬਣਾਈ। ਆਪਣੇ ਬਾਦਸ਼ਾਹ ਹੋਣ ਦਾ ਪਤਾ ਨਹੀਂ ਲੱਗਣ ਦਿੱਤਾ। ਮੋਹਰਾਂ ਦਾ ਪ੍ਰਬੰਧ ਕਰਨ ਲਈ ਭੇਜੇ ਵਿਅਕਤੀ ਰਾਹੀਂ ਫੌਜ ਨਹੀਂ ਬੁਲਾਈ। ਸੀਜ਼ਰ ਲੜਾਈ ਦੀਆਂ ਵਿਉਂਤਾਂ ਵੀ ਬੜੇ ਠੰਡੇ ਦਿਮਾਗ ਨਾਲ ਬਣਾਇਆ ਕਰਦਾ ਸੀ। ਧੰਨਵਾਦ। ਮੂੰਹ 'ਤੇ ਗੱਲ। ਜਿਹੜਾ ਕਹਿੰਦਾ ਹੈ ਕਿ ਮੈਂ ਮੂੰਹ 'ਤੇ ਸਿੱਧੀ ਗੱਲ ਕਰਦਾ ਹਾਂ, ਉਹ ਗੱਲ ਨਹੀਂ ਕਰਦਾ, ਹਰ ਕਿਸੇ ਨੂੰ ਆਪਣਾ ਦੁਸ਼ਮਣ ਹੀ ਬਣਾਉਂਦਾ ਹੈ। ਧੰਨਵਾਦ। 3 ਘਟਨਾਵਾਂ। ਸੰਸਾਰ ਨੂੰ ਆਧੁਨਿਕ ਲੀਹਾਂ 'ਤੇ ਪਾਉਣ ਦਾ ਕਾਰਜ 3 ਘਟਨਾਵਾਂ ਨੇ ਕੀਤਾ ਹੈ। ਛਾਪੇਖਾਨੇ ਦੀ ਵਿਧੀ, ਬਾਰੂਦ ਦੀ ਕਾਢ ਤੇ ਅਮਰੀਕਾ ਦੀ ਲੱਭਤ।
ਇਹਨਾਂ ਤਿੰਨਾਂ ਨੇ ਸੰਸਾਰ ਦਾ ਸੰਤੁਲਨ ਬਦਲ ਦਿੱਤਾ। ਛਾਪੇਖਾਨੇ ਨੇ ਵਿੱਦਿਆ ਦਾ ਪ੍ਰਸਾਰ, ਵਿਗਿਆਨ ਦੀ ਸਿੱਖਿਆ, ਸ਼ਹਿਰਾਂ ਦਾ ਨਿਰਮਾਣ, ਉਦਯੋਗਿਕ ਕ੍ਰਾਂਤੀ, ਬਾਦਸ਼ਾਹੀਆਂ ਦਾ ਭੋਗ, ਸਮਾਚਾਰ ਪੱਤਰ, ਪ੍ਰਜਾਤੰਤਰ ਦੀ ਚੜ੍ਹਤ, ਮਹਿਲਾਵਾਂ ਲਈ ਸਿੱਖਿਆ, ਮੱਧ ਸ਼੍ਰੇਣੀ ਦਾ ਉਤਥਾਨ ਅਤੇ ਆਧੁਨਿਕਤਾ ਅਤੇ ਯਥਾਰਥਵਾਦ ਦੀਆਂ ਸੰਭਾਵਨਾਵਾਂ ਉਜਾਗਰ ਕੀਤੀਆਂ। ਬਾਰੂਦ ਦੀ ਕਾਢ ਨਾਲ ਕਿਲ੍ਹੇ ਨਕਾਰਾ ਹੋ ਗਏ, ਤਲਵਾਰ ਦੀ ਲੜਾਈ ਦੇ ਦਿਨ ਪੁੱਗ ਗਏ। ਬਾਰੂਦ ਦੀ ਲੱਭਤ ਨਾਲ ਖਣਿਜਾਂ ਅਤੇ ਧਾਤਾਂ ਦੀ ਲੱਭਤ ਹੋਈ। ਕੀਮਤੀ ਧਾਤਾਂ ਨੇ ਅਮੀਰੀ ਅਤੇ ਜਾਇਦਾਦ ਦੇ ਅਰਥ ਬਦਲ ਦਿੱਤੇ। ਅਮਰੀਕਾ ਦੀ ਲੱਭਤ ਨਾਲ ਵਿਸ਼ਾਲ ਖੁੱਲ੍ਹੀ ਜ਼ਮੀਨ ਅਤੇ ਇੰਨੇ ਵੱਡੇ ਪ੍ਰਾਕਿਰਤਿਕ ਸਰੋਤਾਂ ਨੇ ਸੰਸਾਰ ਵਿੱਚ ਨਵੀਆਂ ਕਾਢਾਂ, ਲੱਭਤਾਂ, ਪ੍ਰਯੋਗਾਂ ਦਾ ਹੜ੍ਹ ਲੈ ਆਂਦਾ, ਜਿਸ ਨਾਲ ਸੰਸਾਰ ਦਾ ਹਰੇਕ ਵਿਅਕਤੀ ਪ੍ਰਭਾਵਿਤ ਹੋਇਆ। ਇਹ ਤਿੰਨ ਘਟਨਾਵਾਂ ਸੰਸਾਰ ਦਾ ਕਾਇਆ ਕਲਪ ਕਰਨ ਲਈ ਜ਼ਿੰਮੇਵਾਰ ਹਨ। ਧੰਨਵਾਦ। ਬਾਦਸ਼ਾਹ ਜੂਲੀਅਸ ਸੀਜ਼ਰ ਦੇ ਮਹਿਲ ਵਿੱਚ ਸਮਾਗਮ ਸੀ। ਸੀਜ਼ਰ ਦਾ ਮਿੱਤਰ ਕਲਾਡੀਅਸ ਔਰਤਾਂ ਵਾਲੇ ਕੱਪੜੇ ਪਾ ਕੇ ਸੀਜ਼ਰ ਦੀ ਪਤਨੀ ਪੋਂਪੀਆ ਨਾਲ ਝੋਲ ਮੋਲ ਕਰ ਰਿਹਾ ਸੀ। ਵੇਖ ਕੇ ਸੀਜ਼ਰ ਨੇ ਕਲਾਡੀਅਸ ਨੂੰ ਉਸ ਵੇਲੇ ਕੁਝ ਨਾ ਕਿਹਾ, ਪਰ ਪਤਨੀ ਪੋਪੀਆ ਨੂੰ ਇਹ ਕਹਿ ਕੇ ਤਲਾਕ ਦੇ ਦਿੱਤਾ ਕਿ ਸੀਜ਼ਰ ਦੀ ਪਤਨੀ ਸਭ ਪ੍ਰਕਾਰ ਦੇ ਸ਼ੱਕ ਤੋਂ ਮੁਕਤ ਹੋਣੀ ਚਾਹੀਦੀ ਹੈ। ਸੀਜ਼ਰ ਨੇ ਕਲਾਡੀਅਸ ਨਾਲ ਝਗੜਾ ਨਹੀਂ ਸੀ ਕੀਤਾ, ਕਿਉਂਕਿ ਸੀਜ਼ਰ ਕਿਸੇ ਤੋਂ ਬਦਲਾ ਲੈਣ ਵਿੱਚ ਵਿਸ਼ਵਾਸ ਨਹੀਂ ਸੀ ਕਰਦਾ। ਉਹ ਨਜ਼ਰ ਅੰਦਾਜ਼ ਕਰਕੇ ਉਸਨੂੰ ਮਹੱਤਵਹੀਣ ਬਣਾ ਦਿੰਦਾ ਸੀ। ਧੰਨਵਾਦ। ਕੈਲੰਡਰ। ਪਹਿਲੇ ਸਾਲ ਦੇ 10 ਮਹੀਨੇ ਹੁੰਦੇ ਸਨ। ਓਕਟੋ ਅਰਥਾਤ ਅਕਤੂਬਰ ਦਾ ਅਰਥ 8 ਹੈ। ਅਖੀਰਲੇ ਮਹੀਨੇ ਦਸੰਬਰ ਦਾ ਭਾਵ ਡੈਕਾ ਹੈ, ਜਿਹਦਾ ਅਰਥ 10 ਹੈ। ਰੋਮਨ ਬਾਦਸ਼ਾਹ ਅਗਸਟਸ ਨੇ ਆਪਣੇ ਨਾਂ ਵਾਲਾ ਸਭ ਤੋਂ ਵੱਧ 31 ਦਿਨਾਂ ਵਾਲਾ ਮਹੀਨਾ ਅਗਸਤ ਲਾਗੂ ਕੀਤਾ। ਅਗਸਟਸ ਉਪਰੰਤ ਜੂਲੀਅਸ ਸੀਜ਼ਰ ਨੇ ਆਪਣੇ ਨਾਂ ਜੂਲੀਅਸ ਤੋਂ ਅਗਸਤ ਦੇ ਬਰਾਬਰ 31 ਦਿਨਾਂ ਵਾਲਾ ਮਹੀਨਾ ਜੁਲਾਈ ਲਾਗੂ ਕੀਤਾ ਅਤੇ ਇਸ ਨੂੰ ਅਗਸਤ ਤੋਂ ਪਹਿਲਾਂ ਸਥਾਨ ਦਿੱਤਾ। ਇਵੇਂ ਜੁਲਾਈ ਅਤੇ ਅਗਸਤ ਜੁੜਨ ਨਾਲ ਮਹੀਨਿਆਂ ਦੀ ਗਿਣਤੀ 12 ਹੋ ਗਈ। ਇਹ ਕੈਲੰਡਰ ਹੈ ਤਾਂ ਰੋਮਨਾਂ ਵਾਸਤੇ ਸੀ, ਪਰ ਕਿਉਂਕਿ ਸੰਸਾਰ ਵਿੱਚ ਰੋਮਨ ਬਾਦਸ਼ਾਹੀ ਦਾ ਬੋਲਬਾਲਾ ਸੀ, ਇਸ 12 ਮਹੀਨਿਆਂ ਦੇ ਕੈਲੰਡਰ ਨੂੰ ਸਾਰੇ ਸੰਸਾਰ ਨੇ ਅਪਣਾ ਲਿਆ। ਸੰਸਾਰ ਦੇ ਵਿਕਸਿਤ ਦੇਸ਼ ਇਸੇ ਕੈਲੰਡਰ ਨੂੰ ਵਰਤਦੇ ਹਨ। ਧੰਨਵਾਦ। ਨੈਪੋਲੀਅਨ। ਫਰਾਂਸੀਸੀ ਕ੍ਰਾਂਤੀ ਦੌਰਾਨ ਬਾਦਸ਼ਾਹ ਲੂਈ ਨਾਲ ਉਹਦੀ ਮਹਾਰਾਣੀ ਨੂੰ ਵੀ, ਜਿਹੜੀ ਆਸਟਰੀਅਨ ਮਹਾਰਾਣੀ ਦੀ ਧੀ ਸੀ, ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ, ਜਿਸ ਕਾਰਨ ਆਸਟਰੀਆ ਫਰਾਂਸ ਦਾ ਪੱਕਾ ਦੁਸ਼ਮਣ ਬਣ ਗਿਆ। ਆਸਟਰੀਆ ਨੇ ਇਟਲੀ ਦੇ ਰਸਤੇ ਫਰਾਂਸ 'ਤੇ ਹਮਲਾ ਕੀਤਾ। ਉਸ ਸਮੇਂ 26 ਸਾਲਾਂ ਦੇ ਨੈਪੋਲੀਅਨ ਨੂੰ ਆਸਟਰੀਅਨ ਫੌਜ ਨੂੰ ਫਰਾਂਸ ਵਿੱਚ ਦਾਖਲ ਹੋਣ 'ਤੇ ਰੋਕਣ ਦਾ ਕਾਰਜ ਦਿੱਤਾ ਗਿਆ। ਨੈਪੋਲੀਅਨ ਨੇ ਆਸਟਰੀਅਨ ਫੌਜ ਨੂੰ ਨਾ ਕੇਵਲ ਰੋਕਿਆ, ਸਗੋਂ ਪਿੱਛੇ ਵੀ ਧਕੇਲ ਦਿੱਤਾ। ਇਸ ਲੜਾਈ ਨਾਲ ਸਾਰਾ ਯੂਰਪ ਨੈਪੋਲੀਅਨ ਨੂੰ ਜਾਣਨ ਲੱਗ ਪਿਆ। 29 ਸਾਲ ਦੀ ਉਮਰ ਵਿੱਚ ਨੈਪੋਲੀਅਨ ਫਰਾਂਸ ਦਾ ਬਾਦਸ਼ਾਹ ਬਣ ਗਿਆ ਸੀ। ਨੈਪੋਲੀਅਨ ਨੇ ਲੜਾਈ ਜਿੱਤ ਕੇ ਫਰਾਂਸ ਨੂੰ ਵਿਸ਼ਵ ਸ਼ਕਤੀ ਬਣਾ ਦਿੱਤਾ। ਇੰਗਲੈਂਡ ਵਿਸ਼ਵ ਸ਼ਕਤੀ ਨੈਪੋਲੀਅਨ ਦੀ ਹਾਰ ਤੋਂ ਮਗਰੋਂ ਬਣਿਆ। ਧੰਨਵਾਦ। ਚੀਨੀ ਢੰਗ। ਚੀਨ ਦੇ ਮਾਓ ਨੇ ਜਦੋਂ ਕੋਈ ਗੁੱਝਾ ਸੰਕੇਤ ਦੇਣਾ ਹੁੰਦਾ ਸੀ ਤਾਂ ਉਹ ਸਿੱਧਾ ਢੰਗ ਵਰਤਦਾ ਸੀ। ਇੱਕ ਵਾਰੀ ਮਾਓ ਨੇ ਫੌਜੀ ਜਰਨੈਲ ਤੇ ਪ੍ਰਧਾਨ ਮੰਤਰੀ ਨੂੰ ਬੁਲਾ ਕੇ ਪੁੱਛਿਆ ਕਿ ਬਿੱਲੀ ਨੂੰ ਕਾਲੀ ਮਿਰਚ ਕਿਵੇਂ ਖਵਾਈ ਜਾ ਸਕਦੀ ਹੈ। ਜਰਨੈਲ ਨੇ ਕਿਹਾ, ਬੜਾ ਸੌਖਾ, ਇੱਕ ਬੰਦਾ ਬਿੱਲੀ ਨੂੰ ਫੜੇਗਾ, ਦੂਜਾ ਮੂੰਹ ਖੋਲ੍ਹ ਕੇ ਵਿੱਚ ਕਾਲੀ ਮਿਰਚ ਪਾ ਕੇ ਮੂੰਹ ਬੰਦ ਕਰ ਦੇਗਾ। ਮਾਓ ਨੇ ਕਿਹਾ, ਲੱਗਦਾ ਹੈ ਇਹ ਢੰਗ ਤੁਸੀਂ ਰੂਸ ਤੋਂ ਸਿੱਖਿਆ, ਧੋਖਾ ਨਹੀਂ ਕਰਨਾ, ਬਿੱਲੀ ਨੂੰ ਮੂਰਖ ਨਹੀਂ ਸਮਝਣਾ। ਪ੍ਰਧਾਨ ਮੰਤਰੀ ਨੇ ਕਿਹਾ, ਮੈਂ ਬਿੱਲੀ ਨੂੰ ਭੁੱਖਾ ਰੱਖਾਂਗਾ, ਫਿਰ ਮਾਸ ਨੂੰ ਕਾਲੀ ਮਿਰਚ ਲਾ ਕੇ ਖਾਣ ਲਈ ਦਿਆਂਗਾ, ਕਿਉਂਕਿ ਬਿੱਲੀ ਭੁੱਖੀ ਹੋਏਗੀ, ਝਟਪਟ ਖਾ ਜਾਏਗੀ। ਮਾਓ ਨੇ ਕਿਹਾ, ਜ਼ਬਰਦਸਤੀ ਨਹੀਂ ਕਰਨੀ, ਪਰੇਸ਼ਾਨ ਨਹੀਂ ਕਰਨਾ। ਮਾਓ ਨੇ ਕਿਹਾ, ਸੌਖਾ ਤਰੀਕਾ ਇਹ ਹੈ ਕਿ ਤੁਸੀਂ ਬਿੱਲੀ ਦੀ ਪਿੱਠ 'ਤੇ ਚੰਗੀ ਤਰ੍ਹਾਂ ਕਾਲੀ ਮਿਰਚ ਮਲੋ ਅਤੇ ਰਗੜੋ।
ਜਦੋਂ ਬਿੱਲੀ ਨੂੰ ਕਾਲੀ ਮਿਰਚ ਲੜੇਗੀ ਉਹ ਆਪੇ ਚੱਟ ਜਾਏਗੀ ਤੇ ਪ੍ਰਸੰਨ ਹੋਏਗੀ ਕਿ ਉਹਨੇ ਆਪਣੀ ਸਮੱਸਿਆ ਆਪੇ ਹੀ ਹੱਲ ਕਰ ਲਈ ਹੈ। ਇਹ ਗੁੱਜਾ ਢੰਗ ਹੈ, ਇਹ ਚੀਨੀ ਢੰਗ ਹੈ। ਧੰਨਵਾਦ। ਖੱਤਰੀ ਫੌਜ ਵੱਲੋਂ ਦੁਸ਼ਮਣ ਦੇ ਇਲਾਕੇ ਵਿੱਚ ਬਹੁਤ ਅੱਗੇ ਨਿਕਲ ਜਾਣ ਤੇ ਬਹੁਤ ਵੱਡੇ ਇਲਾਕੇ ਨੂੰ ਆਪਣੇ ਕਬਜ਼ੇ 'ਚ ਲੈਣ ਦੇ ਆਪਣੇ ਖਤਰੇ ਹੁੰਦੇ ਹਨ। ਹਾਰੀ ਹੋਈ ਧਿਰ ਨੂੰ ਬਹੁਤ ਅਪਮਾਨਿਤ ਕਰਕੇ ਉਸ ਉੱਤੇ ਆਪਣੀ ਮਰਜ਼ੀ ਦਾ ਸਮਝੌਤਾ ਲਾਗੂ ਕਰਨ ਦੀਆਂ ਆਪਣੀ ਕਿਸਮ ਦੀਆਂ ਸਮੱਸਿਆਵਾਂ ਹੁੰਦੀਆਂ ਹਨ। ਪਹਿਲੇ ਵਿਸ਼ਵ ਯੁੱਧ ਉਪਰੰਤ ਹਾਰਨ ਵਾਲੇ ਜਰਮਨੀ ਉੱਤੇ ਬਹੁਤ ਸਖਤ ਸ਼ਰਤਾਂ ਅਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। ਇਹਨਾਂ ਪਾਬੰਦੀਆਂ ਤੇ ਅਪਮਾਨਜਨਕ ਸ਼ਰਤਾਂ ਨੇ ਹੀ ਦੂਜੇ ਵਿਸ਼ਵ ਯੁੱਧ ਦੇ ਬੀਜ ਬੋਏ ਸਨ। ਧੰਨਵਾਦ। ਪਛਾਣੋ। ਮੁੱਖ ਤੌਰ 'ਤੇ ਲੋਕ 3 ਪ੍ਰਕਾਰ ਦੇ ਹੁੰਦੇ ਹਨ। ਪਹਿਲੀ ਕਿਸਮ ਦੇ ਸੁਪਨਸਾਜ਼ ਹੁੰਦੇ ਹਨ। ਇਹ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਨ। ਇਹ ਹਰ ਕੰਮ ਆਰੰਭ ਜੋਸ਼ ਨਾਲ ਬੈਂਡ ਬਾਜੇ ਨਾਲ ਕਰਦੇ ਹਨ। ਜਿਵੇਂ ਸਾਹਮਣੇ ਕੁਝ ਕਦਮਾਂ 'ਤੇ ਹੀ ਪਹੁੰਚਣਾ ਹੋਵੇ, ਬੈਂਡ ਬਾਜਾ ਚੁੱਪ ਹੋਇਆ ਹੀ ਇਹ ਢੇਰੀ ਢਾਹ ਬਹਿੰਦੇ ਹਨ। ਇਹਨਾਂ ਵਿੱਚ ਸਖਤ ਮਿਹਨਤ ਕਰਨ ਦੀ ਆਦਤ ਨਹੀਂ ਹੁੰਦੀ। ਇਹ ਮਲਾਈ ਖਾਣ ਦੇ ਚਾਹਵਾਨ ਹੁੰਦੇ ਹਨ। ਇਹ ਭਾਵੁਕ ਹੁੰਦੇ ਹਨ। ਕਿਸੇ ਨਵੀਂ ਚੀਜ਼ ਵੱਲ ਧਿਆਨ ਜਾਂਦਿਆਂ ਹੀ ਇਹਨਾਂ ਦੀ ਪੁਰਾਣੀ ਚੀਜ਼ ਵਿੱਚ ਦਿਲਚਸਪੀ ਮੁੱਕ ਜਾਂਦੀ ਹੈ। ਇਹ ਆਰੰਭ ਬਹੁਤ ਕੁਝ ਕਰਦੇ ਹਨ ਪਰ ਮੁਕੰਮਲ ਕੁਝ ਨਹੀਂ ਕਰਦੇ। ਦੂਜੀ ਕਿਸਮ ਦੇ ਜੋ ਆਰੰਭਦੇ ਹਨ ਉਸ ਨੂੰ ਅਕਸਰ ਮੁਕਾਉਂਦੇ ਹਨ। ਇਹਨਾਂ ਵਿੱਚ ਕੰਮ ਮੁਕਾਉਣ ਦੀ ਕਾਹਲ ਹੁੰਦੀ ਹੈ। ਇਸ ਕਾਰਨ ਇਹਨਾਂ ਦੇ ਕੰਮ ਦਾ ਅੰਤਲਾ ਭਾਗ ਸੰਤੋਖਜਨਕ ਨਹੀਂ ਹੁੰਦਾ। ਇਹ ਕੁਝ ਯਾਦਗਾਰੀ ਤੇ ਪ੍ਰਸ਼ੰਸਾਯੋਗ ਨਹੀਂ ਕਰਦੇ, ਇਹ ਗੁਜ਼ਾਰਾ ਹੀ ਕਰਦੇ ਹਨ। ਇਹਨਾਂ ਵਿੱਚ ਵਿਉਂਤਣ ਦੀ ਯੋਗਤਾ ਨਹੀਂ ਹੁੰਦੀ। ਤੀਜੀ ਕਿਸਮ ਦੇ ਲੋਕ ਵਿਉਂਤ ਬਣਾ ਕੇ ਸਮੇਂ ਤੇ ਸਰਮਾਏ ਦਾ ਅਨੁਮਾਨ ਲਾ ਕੇ ਕੰਮ ਕਰਦੇ ਹਨ। ਮੁਸ਼ਕਲਾਂ ਦਾ ਪੂਰਵ ਅਨੁਮਾਨ ਲਾਉਂਦੇ ਹਨ, ਹੋਰਾਂ ਨੂੰ ਮਹੱਤਵਪੂਰਨ ਸਮਝਦੇ ਹਨ, ਉਹਨਾਂ ਦਾ ਸਹਿਯੋਗ ਲੈਂਦੇ ਹਨ। ਇਹ ਕੰਮ ਮੁਕੰਮਲ ਵੀ ਕਰਦੇ ਹਨ ਤੇ ਕੰਮ ਦੇ ਅੰਤਲੇ ਭਾਗ ਨੂੰ ਚੰਗੀ ਤਰ੍ਹਾਂ ਸੰਪੰਨ ਕਰਦੇ ਹਨ। ਇਹ ਸੋਝ ਤੇ ਸਲੀਕੇ ਦਾ ਧਿਆਨ ਰੱਖਦੇ ਹਨ। ਇਹ ਹੰਢਣਸਾਰ ਚੀਜ਼ਾਂ ਦਾ ਨਿਰਮਾਣ ਕਰਦੇ ਹਨ। ਇਹ ਚੰਗੇਰਾ ਉਪਯੋਗੀ ਜੀਵਨ ਜਿਉਂਦੇ ਹਨ। ਇਹਨਾਂ ਤਿੰਨਾਂ ਵਿੱਚੋਂ ਕੀ ਤੁਸੀਂ ਆਪਣੇ ਆਪ ਨੂੰ ਪਛਾਣ ਸਕਦੇ ਹੋ? ਧੰਨਵਾਦ।